लो भाई आ जाओ, न्यूक्लियर रिएक्शंस, दिस इज द न्यू चैप्टर। ठीक है, नोट करो न्यूक्लियर रिएक्शन की हुंदी है, ध्यान नाल सुन लो। देखो एक न्यूक्लियस ਜਿਹੜਾ ਤੁਹਾਨੂੰ ਇਹ ਗੱਲ ਮੈਂ ਪਹਿਲਾਂ ਹੀ ਦੱਸੀ ਹੋਈ ਆ ਕਿ ਇੱਕ ਤਾਂ ਸਪੌਂਟੇਨੀਅਸ ਪ੍ਰੋਸੈਸ ਆ ਜਿਹਦੇ ਵਿੱਚ ਕੀ ਨਿਊਕਲੀਅਸ ਸਟੇਬਿਲਿਟੀ ਵੱਲ ਨੂੰ ਜਾਂਦਾ, ਜਿਹਨੂੰ ਆਪਾਂ ਬੋਲਦੇ ਰੇਡੀਓ ਐਕਟੀਵਿਟੀ। ਠੀਕ ਆ, ਸਪੌਂਟੇਨੀਅਸ ਪ੍ਰੋਸੈਸ ਆਪਣੇ ਆਪ ਅਲਫਾ ਪਾਰਟੀਕਲਸ, ਬੀਟਾ ਐਂਡ ਗਾਮਾ ਪਾਰਟੀਕਲਸ ਐਮਿਟ ਹੁੰਦੇ ਆ। ਅਲਫਾ ਬੀਟਾ ਐਂਡ ਗਾਮਾ ਪਾਰਟੀਕਲ ਹੁੰਦੇ ਕਿਹੜੇ ਕਿਹੜੇ ਆ ਇਹ ਵੀ ਮੈਂ ਮਾੜਾ ਜਿਹਾ ਵਿੱਚ ਦੱਸ ਦੂੰਗਾ ਤੁਹਾਨੂੰ, ਕੋਈ ਗੱਲ ਨਹੀਂ ਫਿਕਰ। ਠੀਕ ਆ, ਕਿਉਂਕਿ ਅਲਫਾ ਪਾਰਟੀਕਲ ਤੁਹਾਨੂੰ ਪਤਾ ਹੀ ਆ, ਬੀਟਾ ਤੇ ਗਾਮਾ ਪਾਰਟੀਕਲ ਦੇ ਬਾਰੇ ਡਿਸਕਸ ਕਰ ਲਾਂਗੇ। ਠੀਕ ਆ, ਤਾਂ ਨਿਊਕਲੀਅਰ ਰਿਐਕਸ਼ਨ ਦੀ ਸਟੋਰੀ ਆ ਆਪਣੀ ਅੱਜ ਵੀ ਨਿਊਕਲੀਅਰ ਰਿਐਕਸ਼ਨ ਕੀ ਆ। ਤਾਂ ਬੇਸਿਕਲੀ ਸਾਰਾ ਫੰਡਾ ਜਿਹੜਾ ਹੈਗਾ, ਠੀਕ ਆ, ਦੈਟ ਇਜ਼ ਅਬਾਊਟ ਟੂ ਗੇਨ ਸਟੇਬਿਲਿਟੀ। ਸਟੇਬਿਲਿਟੀ ਗੇਨ ਕਰਨੀ ਆ। ਠੀਕ ਆ, ਕਿਹਨੇ? ਕਿਸੇ ਨਿਊਕਲੀਅਸ ਨੇ। ਜਦੋਂ ਨਿਊਕਲੀਅਸ ਸਟੇਬਿਲਿਟੀ ਵੱਲ ਨੂੰ ਜਾਂਦਾ ਤਾਂ ਉਹ ਨਿਊਕਲੀਅਸ ਉਹ ਨਹੀਂ ਰਹਿੰਦਾ। ਮੇਰੀ ਗੱਲ ਫੋਲੋ ਕਰ ਰਹੇ ਆ? ਯੂਰੇਨੀਅਮ ਦੇ ਵਿੱਚੋਂ ਜੇ ਅਲਫਾ ਪਾਰਟੀਕਲ ਬਾਹਰ ਨਿਕਲ ਗਿਆ ਤਾਂ ਯੂਰੇਨੀਅਮ ਅਲਫਾ ਪਾਰਟੀਕਲ, ਹੁਣ ਯੂਰੇਨੀਅਮ ਹੈ ਨਹੀਂ, ਉਹ ਕੁਝ ਹੋਰ ਬਣ ਗਿਆ ਬਿਕੋਜ਼ ਉਹਦਾ ਐਟੋਮਿਕ ਨੰਬਰ ਜਿਹੜਾ ਆ ਉਹ 2 ਘਟ ਗਿਆ। ਹੀਲੀਅਮ ਬਾਹਰ ਨਿਕਲ ਗਿਆ ਨਾ, He2 ਬਾਹਰ ਨਿਕਲ ਗਿਆ। ਠੀਕ ਆ, ਉਹਦਾ ਐਟੋਮਿਕ ਨੰਬਰ 2 ਘਟ ਗਿਆ। ਜਿਹੜੀ ਚੀਜ਼ ਬਣੀ ਉਹ ਚ ਇੱਕ ਅਲਫਾ ਪਾਰਟੀਕਲ ਹੋਰ ਬਣ ਗਿਆ ਤਾਂ ਉਹ ਹੋਰ ਐਨੂੰ ਚਲਾ ਗਿਆ। ਜਿਹੜਾ ਆਪਾਂ ਤੁਹਾਨੂੰ ਬਾਈਂਡਿੰਗ એનર્ਜੀ ਕਰਵ ਬਣਾਇਆ ਸੀ ਉਹਦੇ ਵਿੱਚ ਆਪਾਂ ਸਟੇਬਿਲਿਟੀ ਵੱਲ ਨੂੰ ਚਲੇ ਜਾਂਦੇ ਆ। ਓਕੇ, ਠੀਕ ਹੈ ਨਾ। ਹੁਣ ਸਟੋਰੀ ਕੀ ਆ, ਧਿਆਨ ਨਾਲ ਸੁਣ ਲਿਓ ਗੱਲ ਨੂੰ। ਗੱਲ ਬੜੀ ਸਿੰਪਲ ਆ ਵੀ ਸਟੇਬਿਲਿਟੀ ਗੇਨ ਕਰਨੀ ਆ। ਇੱਕ ਨਿਊਕਲੀਅਸ ਜਿਹੜਾ ਹੈਗਾ ਜੋ ਕਿਸੇ ਪਾਰਟੀਕਲ ਨਾਲ ਸਟ੍ਰਾਈਕ ਕਰਕੇ, ਕਿਸੇ ਵੀ ਪਾਰਟੀਕਲ ਨਾਲ ਸਟ੍ਰਾਈਕ ਕਰਕੇ ਕੋਈ ਹੋਰ ਸਟੇਬਲ ਨਿਊਕਲੀਅਸ ਬਣਾ ਦੇਵੇ, ਠੀਕ ਹੈ, ਤਾਂ ਮੈਂ ਬੋਲ ਦੇਣਾ ਨਿਊਕਲੀਅਰ ਰਿਐਕਸ਼ਨ ਹੋ ਗਈ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਹਾਂ ਬਈ, ਕੀ ਕਿਹਾ ਮੈਂ? ਇਹ ਕੀ ਗੱਲ ਹੁੰਦੀ ਆ? ਇੱਕ ਨਿਊਕਲੀਅਸ ਜਿਹੜਾ ਕਿ ਸਟੇਬਲ ਆ, ਹੋ ਸਕਦਾ ਉਹ ਅਨਸਟੇਬਲ ਹੋਵੇ, ਕੋਈ ਵੱਡੀ ਗੱਲ। ਠੀਕ ਆ, ਦੋਨੇ ਗੱਲਾਂ ਹੋ ਸਕਦੀਆਂ। ਜੇ ਉਹਦੇ ਵਿੱਚ ਕੋਈ ਪਾਰਟੀਕਲ ਆ ਕੇ ਸਟ੍ਰਾਈਕ ਕਰੇ ਔਰ ਉਹਦੇ ਵਿੱਚੋਂ ਸਟੇਬਲ ਨਿਊਕਲੀਅਸ ਬਣ ਜਾਣ, ਜਾਂ ਦੋ ਆਪਸ ਦੇ ਵਿੱਚ ਸਟ੍ਰਾਈਕ ਕਰਨ ਤੋਂ ਕੋਈ ਹੋਰ ਬਣਾ ਦੇਣ, ਠੀਕ ਆ, ਤਾਂ ਅਸੀਂ ਬੋਲਾਂਗੇ ਵੀ ਇੱਕ ਨਿਊਕਲੀਅਸ ਜਾਂ ਦੋ ਨਿਊਕਲੀਅਸ ਆਪਸ ਵਿੱਚ ਸਟ੍ਰਾਈਕ ਕੀਤੇ ਤੇ ਉਹਨਾਂ ਤੋਂ ਦੋ ਨਵੇਂ ਬਣ ਗਏ, ਇਹ ਕੀ ਹੋਇਆ? ਨਿਊਕਲੀਅਰ ਰਿਐਕਸ਼ਨ। ਯਾਨੀ ਕਿ ਨਿਊਕਲੀਅਸ ਦੀ ਸਟਰਕਚਰ ਬਦਲੀ ਅਸੀਂ। ਨਿਊਕਲੀਅਸ ਪਹਿਲਾਂ ਕੋਈ ਹੋਰ ਸੀ, ਫਿਰ ਕੋਈ ਹੋਰ ਹੋ ਗਿਆ। ਠੀਕ ਹੈ, ਪਹਿਲਾਂ ਇੱਕ ਐਲੀਮੈਂਟ ਦਾ ਨਿਊਕਲੀਅਸ ਸੀ, ਫਿਰ ਕਿਸੇ ਹੋਰ ਐਲੀਮੈਂਟ ਦਾ ਨਿਊਕਲੀਅਸ ਬਣ ਗਿਆ। ਕਿਹਦੀ ਹੈਲਪ ਨਾਲ? ਵਿਦ ਦ ਹੈਲਪ ਆਫ ਨਿਊਕਲੀਅਰ ਰਿਐਕਸ਼ਨ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਨਿਊਕਲੀਅਰ ਰਿਐਕਸ਼ਨ ਦੀ ਡੈਫੀਨੇਸ਼ਨ ਲਿਖੋ। ਨਿਊਕਲੀਅਰ ਰਿਐਕਸ਼ਨ ਦੀ ਛੋਟੀ ਜਿਹੀ ਡੈਫੀਨੇਸ਼ਨ ਲਿਖੋ। ਇਟ ਇਜ਼ ਅ ਰਿਐਕਸ਼ਨ in which a stable nucleus of one element it is a reaction in which a stable nucleus of an element changes into the nucleus of other element, changes into the nucleus of other element। ठीक है ना, इस चीज ਨੂੰ ਨਿਊਕਲੀਅਰ ਰਿਐਕਸ਼ਨ ਬੋਲਦੇ ਅਸੀਂ। ਹੁਣ ਇਹ ਹੁੰਦੀ ਕਿਦਾਂ? ਦੇਖੋ ਇੱਕ ਪਾਰਟੀਕਲ ਹੁੰਦਾ, ਠੀਕ ਆ, ਇੱਕ ਪਾਰਟੀਕਲ ਆ ਜਿਹਨੂੰ ਆਪਾਂ ਟਾਰਗੇਟ ਨਿਊਕਲੀਅਸ ਬੋਲਾਂਗੇ। ਟਾਰਗੇਟ ਨਿਊਕਲੀਅਸ, ਉਸ ਟਾਰਗੇਟ ਨਿਊਕਲੀਅਸ ਦੇ ਵਿੱਚ ਆ ਕੇ ਇੱਕ ਬੰਬਾਰਡਿੰਗ ਪਾਰਟੀਕਲ ਸਟ੍ਰਾਈਕ ਕੀਤਾ ਤਾਂ ਦੋ ਐਲੀਮੈਂਟ ਹੋ ਗਏ, ਇਹਨਾਂ ਨੂੰ ਬੋਲਦੇ ਰਿਐਕਟੈਂਟ। ਇਹ ਦੋ ਨਿਊਕਲੀਅਸ ਰਿਐਕਟੈਂਟ ਆ। ਠੀਕ ਹੈ, ਇੱਕ ਆ ਹੋ ਗਿਆ, ਇੱਕ ਆ ਹੋ ਗਿਆ। ਆ ਕੇ ਇਹਦੇ ਵਿੱਚ ਵੱਜਿਆ, ਇੱਕ ਨਿਊਕਲੀਅਸ ਦੇ ਵਿੱਚ ਇੱਕ ਪਾਰਟੀਕਲ ਨਿਊਟਰੋਨ ਆ ਕੇ ਵੱਜਿਆ, ਠੀਕ ਆ, ਜਾਂ ਇਲੈਕਟ੍ਰੋਨ ਆ ਕੇ ਵੱਜਿਆ, ਕੋਈ ਵੀ ਹੋ ਸਕਦਾ ਉਹ। ਠੀਕ ਆ, ਉਹ ਆ ਕੇ ਸਟ੍ਰਾਈਕ ਕੀਤਾ। ਸਟ੍ਰਾਈਕ ਕਰਨ ਤੋਂ ਬਾਅਦ ਜੋ ਵੀ ਰਿਐਕਸ਼ਨ ਹੋਈ, ਸਾਡੇ ਕੋਲ ਇੱਕ ਨਵੀਂ ਚੀਜ਼ ਤਿਆਰ ਹੋ ਗਈ। ਉਹਦੇ ਨਾਲ ਇੱਕ ਐਕਸਟਰਾ ਪਾਰਟੀਕਲ ਵੀ ਤਿਆਰ ਹੋ ਗਿਆ। ਹੋ ਸਕਦਾ ਉਹ ਪਾਰਟੀਕਲ ਹੋਵੇ ਜਾਂ ਦੋ ਨਿਊਕਲੀਅਸ ਵੀ ਹੋ ਸਕਦੇ ਆ, ਕੁਝ ਵੀ ਹੋ ਸਕਦਾ। ਐਵਰੀਥਿੰਗ ਇਜ਼ ਪੋਸੀਬਲ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇਹ ਸਾਰੇ ਪ੍ਰੋਸੈਸ ਨੂੰ ਮੈਂ ਕੀ ਬੋਲ ਦਿੰਦਾ? ਨਿਊਕਲੀਅਰ ਰਿਐਕਸ਼ਨ। ਠੀਕ ਆ, ਇੱਕ ਐਲੀਮੈਂਟ ਤੋਂ ਦੂਜਾ ਬਣ ਗਿਆ, ਕਹਿਣ ਦਾ ਮਤਲਬ ਇਹ ਹੈ। ਲਿਖ ਦਿਓ, a nuclear reaction is, ਨਵੀਂ ਲਾਈਨ ਤੋਂ ਐਰੋ ਲਾ ਲਿਓ। a nuclear reaction is performed
with the help of some bombarding particles, कुछ bombarding particles ਨੂੰ ਅਸੀਂ strike ਕਰਵਾਇਆ with the help of some bombarding particles and some suitable high energy particles, ब्रैकेट च पा लो टारगेट न्यूक्लियस। ठीक है, टारगेट न्यूक्लियस। चलो एक गल लिखती मैं इत्थे रिएक्शन लिखदा तुहानूं बड़ी आसानी नाल समझ आऊगा। ठीक है, मैं एक रिएक्शन लिख दिना तुहानूं बड़ी ही आसानी नाल समझ आऊगा। मैं एक रिएक्शन लिखता तुहानूं बड़ी आसानी नाल समझ आऊगा। सुखमनीत कौर तू लेट आ बई। सुखमनीत बेटा लेट आ, तुसीं टाइम नाल आया करो, बहुत लेट आ। हाँ जी, ध्यान नाल सुन लिओ। तो न्यूक्लियर रिएक्शन का बेसिक फंडा मैं इत्थे ड्रॉ कर देना। साडे कोले किदां दे आ, साडे कोले एक बंबार्डिंग पार्टिकल आ, एक साडे कोले कौन आ, टारगेट न्यूक्लियस। टारगेट न्यूक्लियस का भी नेम रख देना, बंबार्डिंग पार्टिकल का भी नेम रख देना। अपने अपने नेम आ, ठीक है, अपने खुद के नेम आपां बनाए आ और आपां उस हिसाब नाल ही चलांगे। मैं इन्हां दे नेम की बनाए आ, एक तां साडे कोले XZ1A1 ये हो गया साडे कोले टारगेट न्यूक्लियस। ਇਹਦੇ ਵਿੱਚ स्ट्राइक किहने कीता, ਇਹਦੇ ਵਿੱਚ स्ट्राइक कीता बंबार्डिंग पार्टिकल। बंबार्डिंग पार्टिकल ਨੂੰ मैं कौन लिख देना, B फॉर बंबार्डिंग पार्टिकल। B फॉर बंबार्डिंग पार्टिकल अपने घर दा राजा, कोई दिक्कत नहीं। ठीक है, बोरॉन ना समझ लियो किते सर क्यों सर ने बोरॉन लिखाया। ठीक है, X हैगा न्यूक्लियस, ਇਹਦੇ ਵਿੱਚ बंबार्डिंग पार्टिकल ने आके टक्कर की। ठीक है, बंबार्डिंग पार्टिकल आ Z2A2 जिदा XZ ਹੁੰਦਾ ना। ओके, ਲਓ जी ਬੰਬਾਰਡਿੰਗ ਪਾਰਟੀਕਲ ਇਹਦੇ ਤੇ ਸਟ੍ਰਾਈਕ ਕੀਤਾ। ਓਕੇ, ਸਟ੍ਰਾਈਕ ਕਰਨ ਤੋਂ ਬਾਅਦ ਮੇਰੇ ਕੋਲੇ ਜਿਹੜੇ ਪਾਰਟੀਕਲ ਬਣੇ, ਉਹ ਪਾਰਟੀਕਲ ਕਿਹੜੇ ਬਣੇ, ਉਹ ਪਾਰਟੀਕਲ ਬਣੇ, ਇੱਕ ਤਾਂ ਨਾਮ ਰੱਖਿਆ ਮੈਂ Y, ਇਹਦਾ ਨਾਮ ਰੱਖਿਆ Z3A3। ਠੀਕ ਹੈ, ਇਹਨੂੰ ਬੋਲਾਂਗੇ ਰੈਜ਼ੀਡਿਊਲ ਨਿਊਕਲੀਅਸ, ਬਚਿਆ ਹੋਇਆ ਨਿਊਕਲੀਅਸ। ਇਹਦੇ ਨਾਲ ਇੱਕ ਪਾਰਟੀਕਲ ਬਣ ਗਿਆ ਐਕਸਟਰਾ ਵਾਧੂ ਦਾ, ਉਹਨੂੰ ਆਊਟਗੋਇੰਗ ਪਾਰਟੀਕਲ ਬੋਲ ਦਾਂਗੇ Z4A4 और ਇਹਦੇ ਨਾਲ Q यानी कि एनर्जी ਦੀ ਲਿਬਰੇਸ਼ਨ ਹੋ। ਇੰਨਾ ਕੁਛ ਆ। ਠੀਕ ਹੈ, ਬੜਾ ਸਿੰਪਲ ਜਿਹਾ, ਇਹ ਕੰਪਲਿਕੇਟਡ ਨਾ ਸਮਝ ਲਿਓ। ਮੈਂ ਨਾਮ ਰੱਖ ਦਿੰਦਾ, ਇਹਨੂੰ ਬੋਲਦੇ ਅਸੀਂ ਟਾਰਗੇਟ ਨਿਊਕਲੀਅਸ। ਸਮਝ ਆ ਰਹੀ ਗੱਲ? ਇਹਨੂੰ ਬੋਲਾਂਗੇ ਅਸੀਂ ਬੰਬਾਰਡਿੰਗ ਪਾਰਟੀਕਲ। अब सबर रख ला, ਬੰਬਾਰਡਿੰਗ ਪਾਰਟੀਕਲ। ਇਹਨੂੰ ਬੋਲਾਂਗੇ ਰੈਜ਼ੀਡਿਊਲ न्यूक्लियस, बचा हुआ न्यूक्लियस, रेजिड्यूल न्यूक्लियस। इहनूं डॉटर न्यूक्लियस भी कह दिंदे आ। आ पेरेंट न्यूक्लियस आ वाला, आ डॉटर न्यूक्लियस आ, इदां भी बोल दिंदे कई थावां ते। ठीक है, रेजिड्यूल न्यूक्लियस आ हैगा आउटगोइंग पार्टिकल, एंड दिस इज एनर्जी। Q कौन आ, Q इज एनर्जी लिबरेटेड और कंज्यूम्ड। Q एनर्जी आ जिहड़ी कि इस रिएक्शन च बन गई या इन्हें ले ली बाहरों। कई रिएक्शनस इदां दी जिन्हां नूं बाहरों एनर्जी देनी पैंदी है, कई इदां दी हुंदी जिहदा मान लो भी एक नॉर्मल जी गल आ भी किसी बीकर दे विच कोई रिएक्शन चल रही है, कई बार तो बीकर गर्म हो जाता, ਇਹਦਾ मतलब ਉਹਨੇ एनर्जी लिबरेट की, ਉੱਥੇ Q ਦੀ वैल्यू पॉजिटिव आऊगी। समझ आ रही गल? कई बार की हुंदा, बीकर ठंडा हो जाता, ठंडा होने का मतलब ਉਹਨੇ साइडां तो एनर्जी खिंचनी है। समझ आ रही? ਉਹਨੇ कंज्यूम की एनर्जी, that in that particular process the Q value will be negative। उस particular process ਦੇ ਵਿੱਚ Q ਦੀ value negative ਹੋਊਗੀ। ਇਹ ਦੋਨੇ ਗੱਲਾਂ ਹੀ ਆਪਾਂ ਕਰਾਂਗੇ, ਦੋ ਤਰ੍ਹਾਂ ਦੇ ਰਿਐਕਸ਼ਨ ਅੱਗੇ ਕਰਾਂਗੇ। ਆ ਸਟੋਰੀ ਕਲੀਅਰ ਹੋ ਗਈ? ਮੈਂ ਸਿੰਪਲ ਜੀ ਜੇ ਤੁਹਾਨੂੰ ਗੱਲ ਦੱਸਾਂ ਤਾਂ ਸਿੰਪਲ ਗੱਲ ਇਹ ਆ ਵੀ ਆ ਤਾਂ ਇੱਕ ਟਾਰਗੇਟ ਨਿਊਕਲੀਅਸ ਆ, ਇਹਦੇ ਵਿੱਚ ਇੱਕ ਪਾਰਟੀਕਲ ਆ ਕੇ ਠਾਹ ਦੇਣੀ ਵੱਜਿਆ। ਠੀਕ ਆ, ਵੱਜਿਆ, ਬਣੇ ਕੀ, ਉਸ ਤੋਂ ਬਾਅਦ ਦੋ ਪਾਰਟੀਕਲ ਬਣ ਗਏ, ਇੱਕ ਆ ਬਣ ਗਿਆ, ਇੱਕ ਆ ਬਣ ਗਿਆ, ਤੇ ਨਾਲ એનર્ਜੀ ਰਿਲੀਜ਼ ਹੋ। ਲੈ ਕਿੱਡੀ ਗੱਲ ਆ ਕਿਤੇ। ਠੀਕ ਆ,
मेरी गल फॉलो कर रहे कि नहीं कर रहे? एक सिंपल जी चीज है, इनू कॉम्प्लीकेटेड ना समझ लियो। ओके हाँ बोलो बेटा। सर जिवें तुसीं कह रहे हो कि कोई पार्टिकल आके दूसरे दे विच वज्जिया, सर ਉਹਦੇ ਅੰਦਰ ਐਂਟਰ ਕਰੂਗਾ। बेटा ये भी हो सकता, देखो बच्चे ने क्वेश्चन किया, बच्चा कहता जी पार्टिकल आके स्ट्राइक किया की ਉਹਦੇ अंदर एंटर करूगा। देखो भी हो भी सकता तो नहीं भी हो सकता। एक्चुअली ये प्रोसैस जिहड़ा हैगा 10 की पावर माइनस समथिंग समथिंग सैकेंड का प्रोसैस हुंदा, ठीक है। इस प्रोसैस दे विच कंपाउंड न्यूक्लियस बनता, मैं अगे जाके डिस्कस कर दूंगा तुहाडे नाल, ठीक है। एंटर भावें करे ते भावें ना करे, सानू इस गल नाल लैण देण है नहीं, सानू इस गल दे नाल लैण देना भी आ बनया कि नहीं बनया। मेरी गल फॉलो कर रहे कि नहीं कर रहे? ठीक है। हुण बड़ी नॉर्मल जी गल है, भी मान लो मैं गुलाब जामुन खाना, ठीक है। हुण तुसीं मैनूं क्वेश्चन करो सर जिहड़ा गुलाब जामुन आ वो जो तुसीं खाधा ते चमचा ਉਹਦੇ ਵਿੱਚ ਖਵਾਇਆ ਸੀ। मेरी गल समझ रही कि नहीं? बई वो मूँह 'ਚ चलिया गया, चमचा ਵਿੱਚ ਗਿਆ ना गया, सीधा जाके मैं कीता सट लिया होवे। एक गल समझा रहा तुहानूं, कोई मुश्किल तो नहीं लग रही ना? पता लग रहा जैस्मीन? सर जे ਉਹਦੇ ਵਿੱਚ ਐਂਟਰ ਕਰ ਜੂਗਾ ਫਿਰ ਤਾਂ ਇੱਕ ਚੀਜ਼ ਹੀ ਰਹਿ ਜੂਗੀ। नहीं नहीं, ऐ नहीं हुंदा। ਜਦੋਂ ਜਦੋਂ ਆਹ ਵਾਲਾ ਪਾਰਟੀਕਲ ਇਹਦੇ ਵਿੱਚ ਐਂਟਰ ਕਰ ਗਿਆ, then this will become a compound nucleus, ਤੇ ਉਹ ਐਕਸਾਈਟਡ ਹੋਊਗਾ। ਤੇ ਤੁਹਾਨੂੰ ਕੱਲ ਪਰਸੋਂ ਮੇਰੀ ਗੱਲ ਹੋਈ ਸੀ ਕਿ ਜਿਹੜੀ ਐਕਸਾਈਟਡ ਸਟੇਟ ਆ ਉਹ ਕਦੇ ਵੀ ਸਟੇਬਲ ਨਹੀਂ ਹੁੰਦੀ, ਉਹਨੇ ਟੁੱਟਣਾ ਹੀ ਟੁੱਟਣਾ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਠੀਕ ਆ। ਇਹ ਹੈਗਾ, ਮੈਂ ਲਿਖਵਾਉਂਗਾ, ਸਬਰ ਰੱਖੋ, ਹੁਣੇ ਲਿਖਵਾਉਂਗਾ। ਆ ਸਟੋਰੀ ਕਲੀਅਰ ਹੋਗੀ? ठीक है। ਇਹਦੇ एग्जाम्पल एक दो लिखवा दा, ਇਹਦੇ एग्जाम्पल लिख लिए, लिख लो ਇਹਦੇ एग्जाम्पल। एग्जाम्पल्स मैं बुक चो लिखाने, मैं कोई पासों नहीं लिखाने हवा चो, ठीक है। ਇਹਦੇ एग्जाम्पल आप दो लिखवा देने सिंपल जे। देखो एक तो की होया, एक मेरे को बैरीलियम वाला कर लो, वधिया। बैरीलियम हुंदा 49, इन्ने हुंदा ना। बैरीलियम दे विच एक पार्टिकल आके स्ट्राइक किया, अल्फा पार्टिकल He24, ये कौन आ? अल्फा पार्टिकल। तो आ तो हो गया बंबार्डिंग पार्टिकल, आ हो गया टारगेट न्यूक्लियस, आ आके इह वज्जिया, रिएक्शन हो गई। रिएक्शन होने तो बाद बनिया कौन? ਇਹਦੇ ਵਿੱਚ ਬਣਦਾ ਸਾਡੇ ਕੋਲੇ ਬੈਰੀਲੀਅਮ ਹੈ ਨਾ, ਇਹਦੇ ਵਿੱਚ ਬਣਦਾ C612, C612। ਕੌਣ ਬਣਦਾ? C612। ਔਰ ਇੱਕ ਨਿਊਟਰੋਨ ਐਕਸਟਰਾ ਜਿਹੜਾ ਆ ਵਾਧੂ ਉਹ ਬਾਹਰ ਨਿਕਲ ਜਾਂਦਾ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? क्यों बई? हुण एक सोचने वाली गल सुनो, इस रिएक्शन दे विच कुछ खास लॉज आ जिहड़े ओबे होणगे, वो मैं अगे लिखवाउणा तुहानूं, पर सुन लो। पहला लॉ, जिन्ने Z इधर आ यानी कि Z1 + Z2 यानी कि एटॉमिक नंबर दा सम, उन्ना ही सम इधर होना चाहिए, ठीक है। नंबर 2, जिन्ना इधर मास नंबर टोटल आ उन्ना ही मास नंबर टोटल इधरले पासे भी होना चाहिए, ठीक है। यानी कि A1 + A2 A3 + A4 ਦੇ ਇਕੁਅਲ ਹੋਣਾ ਚਾਹੀਦਾ। ਹੁਣ ਚੈੱਕ ਕਰੋ ਇਸ ਰਿਐਕਸ਼ਨ 'ਚ ਇਹ ਸਹੀ ਆ? ਚੈੱਕ ਕਰੀਏ ਆਪਾਂ, ਆ ਜਾਓ ਦੇਖੋ। 4 + 2 ਕਿੰਨੇ ਹੁੰਦੇ ਆ? 6 6 + 0 ਕਿੰਨੇ ਹੁੰਦੇ ਆ? 6 ਆ ਨਿਊਟਰੋਨ ਆ, ਠੀਕ ਹੈ ਨਾ। 9 + 4 ਕਿੰਨੇ ਹੁੰਦੇ ਆ? 9 + 4 13, 12 + 1। मतलब कहने का ये कि जमा जिदा तुसीं कैमिस्ट्री 'ਚ नहीं करदे हुंदे भी लैफ्ट साइड ते इन्ने हाइड्रोजन पार्टिकल्स आ ते इन्ने जिहड़े हैगे ऑक्सीजन आ, ते राइट साइड भी इन्ने हाइड्रोजन ते इन्ने ऑक्सीजन, ਉਹ ਜਿਹੜੀਆਂ ਆਪਣੀਆਂ ਰਿਐਕਸ਼ਨਸ ਹੁੰਦੀਆਂ ਆਪਣੇ ਉਹਦੀਆਂ ਕਿਹਦੀਆਂ ਆਰਗੈਨਿਕ ਕੈਮਿਸਟਰੀ ਵਾਲੀਆਂ, ਆਪਾਂ ਉਹਨਾਂ ਰਿਐਕਸ਼ਨਸ ਦੇ ਵਿੱਚ ਕਰੀਦਾ ਇਹ ਕੰਮ ਕਿ ਨਹੀਂ ਕਰੀਦਾ? ਉਹ ਫੋਲੋ ਕਰ ਰਹੇ ਗੱਲ ਨੂੰ ਮਹਾਰਾਜ ਹੈ? ਠੀਕ ਆ। ਤਾਂ ਉਹੀ ਚੀਜ਼ ਸੇਮ ਆ, ਉੱਥੇ ਤਾਂ ਆਪਾਂ ਕਾਰਬਨ ਹਾਈਡਰੋਜਨ ਨਾਈਟ੍ਰੋਜਨ ਦੇ ਨੰਬਰ ਮਿਲਾਉਣੇ ਆ, ਇੱਥੇ ਆਪਾਂ ਕੀ ਕਰਨਾ? ਐਟੋਮਿਕ ਨੰਬਰ ਤੇ ਮਾਸ ਨੰਬਰ ਮੈਚ ਕਰਨੇ, ਹੋਰ ਕੁਝ ਨਹੀਂ ਕਰਨਾ। ਤੇ એનર્ਜੀ ਕਿੱਥੋਂ ਲਿਬਰੇਟ ਹੋਈ? એનર્ਜੀ ਮਾਸ ਦੇ ਡਿਫੈਕਟ ਤੋਂ ਲਿਬਰੇਟ ਹੋਈ। એનર્ਜੀ ਹਮੇਸ਼ਾ ਮਾਸ ਦੇ ਡਿਫੈਕਟ ਤੋਂ ਆਉਂਦੀ ਆ। ਜਿੱਦਾਂ ਆਪਾਂ ਉੱਥੇ ਪੜ੍ਹੀ ਸੀ ਪਿਛਲੇ ਚੈਪਟਰ ਦੇ ਵਿੱਚ, ਉੱਥੇ ਬਾਈਂਡਿੰਗ એનર્ਜੀ ਸੀ ਕਿੱਥੋਂ ਆਈ ਸੀ? ਮਾਸ ਦੇ ਡਿਫੈਕਟ ਤੋਂ। ਇੱਥੇ ਵੀ ਮਾਸ ਦੇ ਡਿਫੈਕਟ ਤੋਂ ਆਉਣੀ ਆ। ਇਹਨਾਂ ਦੋਨਾਂ ਦਾ ਮਾਸ ਔਰ ਇਹਨਾਂ ਦੋਨਾਂ ਦਾ ਮਾਸ ਬਰਾਬਰ ਨਹੀਂ ਹੁੰਦਾ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇਹਨਾਂ ਦੋਨਾਂ ਦਾ ਔਰ ਇਹਨਾਂ ਦੋਨਾਂ ਦਾ ਮਾਸ ਬਰਾਬਰ ਨਹੀਂ ਹੁੰਦਾ, ਠੀਕ ਆ। ਔਰ ਉਹ ਮਾਸ ਦਾ ਡਿਫਰੈਂਸ ਆ that multiplied with c² that is equal to q value, ਬਾਈਂਡਿੰਗ ਜਿਹਨੂੰ ਬੋਲਦੇ ਆ એનર્ਜੀ ਲਿਬਰੇਟਡ ਔਰ એનર્ਜੀ ਕੰਜ਼ਿਊਮਡ। ਸਟੋਰੀ ਕਲੀਅਰ ਹੈ ਕਿ ਨਹੀਂ ਕਲੀਅਰ? ਤਾਂ ਆ ਇੱਕ ਰਿਐਕਸ਼ਨ ਹੋ ਗਈ, ਇੱਕ ਹੋਰ ਲਿਖਵਾ ਦਾਂ, ਇੱਕ ਰਿਐਕਸ਼ਨ ਹੋਰ ਲਿਖ ਲਓ। ਆਕਸੀਜਨ ਦੀ ਲਿਖ ਲਓ, O8 ਆਕਸੀਜਨ, O8 18 ਇਹ ਆਈਸੋਟੋਪ ਆ। ਹੁਣ ਦੇਖੋ ਬੱਚੇ ਕਹਿੰਦੇ ਵੀ ਇਹ ਰਿਐਕਸ਼ਨ ਤੁਹਾਨੂੰ ਖਰਾਬ ਕਰੂ, ਰਹਿਣ ਦੋ ਨਾ ਲਿਖੋ।
O816 आ लिख लो O816 O816 वाली, क्योंकि O818 ਜਿਹੜਾ ਆ that is an isotope of oxygen, oxygen ਦਾ isotope ਆ। ਬੱਚੇ ਕਹਿੰਦੇ ਸਰ ਨੇ ਗਲਤ ਲਿਖਵਾਤਾ। isotope ਸਾਰੇ stable ਨਹੀਂ ਹੁੰਦੇ। C612 stable ਆ, C612 stable ਆ, ਪਰ ਕੀ C613 stable ਹੈ? ਦੱਸੋ ਬਈ, ਕੀ ਆ C613 stable ਹੈ? ਆ ਵਾਲਾ ਆ C612 ਆ, ਇਹ ਤਾਂ stable ਆ। C613 stable ਹੈ ਨਹੀਂ, C614 ਜਮਾ ਹੀ ਹੈ ਨਹੀਂ। N715 stable ਹੈ, N715 15, N714 stable ਆ, ਉਹ ਬਣਦਾ, ਮੰਨਦੇ ਆ ਇਸ ਗੱਲ ਨੂੰ, ਪਰ N715 ਬਿਲਕੁਲ ਵੀ ਸਟੇਬਲ ਹੈ ਨਹੀਂ। ਤਾਂ ਜਿਹੜੇ ਵੀ ਅਨਸਟੇਬਲ ਹੋਣੇ ਆ ਉਹਨਾਂ ਨੇ ਸਟੇਬਿਲਿਟੀ ਗੇਨ ਕਰ ਲੈਣੀ ਆ, ਠੀਕ ਹੈ, ਵਿਦ ਦ ਹੈਲਪ ਆਫ ਨਿਊਕਲੀਅਰ ਰਿਐਕਸ਼ਨ। ਸਟੋਰੀ ਸਮਝ ਆ ਰਹੀ ਹੈ? ਆ ਜਾਓ, O816 ਦੇ ਵਿੱਚ ਆਪਾਂ ਰਿਐਕਸ਼ਨ ਕਰਵਾਈ H12 ਦੀ, ਹਾਈਡਰੋਜਨ ਜਿਹਨੂੰ ਡਿਊਟਰੋਨ ਬੋਲਦੇ ਆ, H12, ਠੀਕ ਆ। ਇਹ ਤੁਹਾਡਾ ਬਣਿਆ ਬੇਟਾ N714, ਨਾਈਟ੍ਰੋਜਨ ਬਣ ਗਈ, ਔਰ ਉਹਦੇ ਨਾਲ 16 ਤੇ 2 ਕਿੰਨੇ ਹੁੰਦੇ ਆ? 18, 14 ਹੋ ਗਿਆ ਨਾ, ਹੀਲੀਅਮ ਨਿਕਲੂਗਾ ਇੱਕ, ਪਲੱਸ He24, 7 + 2 9, 8 + 1 9 ਹੋ ਗਏ ਪੂਰੇ। ਕਿਉਂ ਬਈ? ਹੁਣ ਇਹਨਾਂ ਦੋਨਾਂ ਚ એનર્ਜੀ ਲਿਬਰੇਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ? ਇਹਨਾਂ ਦੋਨਾਂ ਚ ਹੋਈ ਨਹੀਂ ਹੈ ਨਾ, ਐਕਚੁਅਲੀ ਚ ਇਹਨਾਂ ਚ ਐਕਸਪਲੇਨ ਨਹੀਂ ਕੀਤੀ ਹੋਈ, ਠੀਕ ਹੈ ਨਾ। ਜੇ ਪੁੱਛੀ ਜਾਵੇ ਤਾਂ ਅਸੀਂ ਕਰ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ। ਮੇਰੀ ਗੱਲ ਫੋਲੋ ਕਰ ਰਹੇ ਕਿ ਨਹੀਂ ਕਰ ਰਹੇ? ਚਲੋ ਇਸ, ਹਾਂ ਬਿਲਕੁਲ ਹੋਊਗੀ, ਮੈਂ ਇਹ ਕਹਿ ਰਿਹਾ, ਬਟ ਆਪਾਂ ਇੱਥੇ ਐਕਸਪਲੇਨ ਨਹੀਂ ਕੀਤੀ ਹੋਈ। ਆਪਾਂ ਜਸਟ ਇਸ ਗੱਲ ਤੇ ਚੱਲ ਰਹੇ ਹਾਂ ਵੀ Z1 + Z2, ਠੀਕ ਆ, Z3 + Z4 ਦੇ ਇਕੁਅਲ ਆ। ਆਪਾਂ ਇਹਨਾਂ ਰਿਐਕਸ਼ਨ ਦੋਨਾਂ ਦੇ ਵਿੱਚ ਆਪਾਂ ਇੰਨੀ ਕੁ ਗੱਲ ਇੱਕ ਵਾਰ ਸਮਝ ਰਹੇ ਹਾਂ, એનર્ਜੀ ਵਾਲੀਆਂ ਅੱਗੇ ਆਉਣੀਆਂ, ਠੀਕ ਆ। ਫੋਰ ਐਗਜ਼ਾਮਪਲ ਯੂਰੇਨੀਅਮ ਦੇ ਨਾਲ ਜੇ ਮੰਨ ਲਓ ਨਿਊਟਰੋਨ ਸਟ੍ਰਾਈਕ ਕਰ ਜਾਵੇ, ਉੱਥੇ એનર્ਜੀ ਲਿਬਰੇਸ਼ਨ ਹੋਊਗੀ, 100% ਹੋਊ। ਸਮਝ ਆ ਰਹੀ ਹੈ ਨਾ? ਤੁਸੀਂ ਇੱਕ ਕੰਮ ਕਰ ਸਕਦੇ ਆ, ਤੁਸੀਂ ਜੇ ਲਿਖਣਾ ਚਾਹੋ ਤਾਂ ਮੈਂ ਜਮਾ ਨਹੀਂ ਮਨਾ ਕਰਦਾ, +Q and +Q ਲਿਖ ਸਕਦੇ, ਪਰ ਉਹਦੀ ਵੈਲਿਊ ਮੇਰੇ ਕੋਲ ਐਟ ਪ੍ਰੈਜ਼ੈਂਟ ਇੱਥੇ ਅਵੇਲੇਬਲ ਨਹੀਂ ਹੈ, ਠੀਕ ਆ। ਫਾਈਂਡ ਆਊਟ ਕਰਨੀ ਪੈਣੀ ਆਪਾਂ ਨੂੰ। ਹਾਂਜੀ, ਇੰਨੀ ਗੱਲ ਕਲੀਅਰ ਹੋ ਗਈ ਸਾਰਿਆਂ ਦੇ? ਇਸ ਤੋਂ ਬਾਅਦ ਲਿਖੋ ਉਹਦੇ laws, ਲਿਖ ਦਿਓ the laws obeyed by a nuclear reaction। ਇੱਕ ਨਿਊਕਲੀਅਰ ਰਿਐਕਸ਼ਨ ਕਿਹੜੇ-ਕਿਹੜੇ laws ਨੂੰ obey ਕਰਦੀ ਆ? the laws obeyed by a nuclear reaction। ਨਿੱਕੇ ਨਿੱਕੇ ਗੱਲਾਂ ਧਿਆਨ ਰੱਖਿਓ, ਦੋ ਤਾਂ ਮੈਂ ਦੱਸ ਹੀ ਚੁੱਕਿਆ। ਕਿਹੜਾ-ਕਿਹੜਾ? ਇੱਕ ਤਾਂ ਐਟੋਮਿਕ ਨੰਬਰ ਦਾ ਕੰਜ਼ਰਵੇਸ਼ਨ, ਯਾਨੀ ਕਿ Z ਦਾ ਕੰਜ਼ਰਵੇਸ਼ਨ। ਇੱਕ ਐਟੋਮਿਕ ਮਾਸ ਜਾਂ ਮਾਸ ਨੰਬਰ ਦਾ ਕੰਜ਼ਰਵੇਸ਼ਨ, ਯਾਨੀ ਕਿ A ਦਾ ਕੰਜ਼ਰਵੇਸ਼ਨ। ਜਿੰਨਾ ਟੋਟਲ Z ਇੱਧਰ ਆ ਉਹਨਾਂ ਪਰਲੇ ਪਾਸੇ, ਜਿੰਨਾ ਟੋਟਲ A ਇੱਧਰ ਆ ਉਹਨਾਂ ਉੱਧਰ ਆ, ਬਰਾਬਰ ਹੋਣੇ ਆ, ਇਹਨਾਂ ਦਾ ਨੰਬਰ ਨਹੀਂ ਚੇਂਜ ਹੋਣਾ। ਮਾਸ ਦਾ ਡਿਫੈਕਟ ਪੈ ਸਕਦਾ ਮਾੜਾ ਮੋਟਾ, ਠੀਕ ਆ। ਆ ਜਾਓ ਬੇਟੀ ਜੀ, ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਚਲੋ ਆ ਜਾਓ, ਲਿਖਿਓ ਪਹਿਲਾ law of conservation, ਪਹਿਲਾ ਲਿਖਿਓ ਫਸਟ ਵਾਲਾ, law of conservation of atomic number, atomic number Z ਦਾ conservation, law of conservation of atomic number Z, law of conservation of atomic number Z। Z ਦਾ ਕੀ ਆ? ਬੜਾ ਸਿੰਪਲ ਜੀ ਗੱਲ ਆ, ਟੋਟਲ Z1 + Z2 ਕਿਹਦੇ ਇਕੁਅਲ ਆ? must be equal to Z3 + Z4। ਗੱਲ ਸਮਝ ਆਜੂ ਕਿ ਨਹੀਂ ਆਜੂ? ਵਾਲਾ ਨਹੀਂ ਲਿਖਾਉਣਾ ਮੈਂ, ਠੀਕ ਆ, ਜਸਟ ਤੁਹਾਡੇ ਨੌਲੇਜ ਵਾਸਤੇ ਆ। ਔਰ ਇਹਨਾਂ ਦੋਨੋਂ ਇਕੁਏਸ਼ਨਸ ਦੇ ਵਿੱਚ ਆਪਾਂ ਇਹਨਾਂ ਗੱਲਾਂ ਨੂੰ ਲਿਖ ਚੁੱਕੇ ਆ, ਠੀਕ ਹੈ ਬੇਟਾ। ਸੈਕੰਡ ਵਨ ਇਜ਼ law of conservation of, law of conservation of mass number। ਹਾਂਜੀ, ਮਾਸ ਨੰਬਰ, ਇੱਕ ਐਟੋਮਿਕ ਨੰਬਰ, ਇੱਕ ਮਾਸ ਨੰਬਰ ਦਾ ਕੰਜ਼ਰਵੇਸ਼ਨ। ਇਹਦਾ ਮਤਲਬ ਹੈਗਾ ਬੇਟਾ A1 + A2, ਯਾਨੀ ਕਿ ਜਿਹੜੇ ਦੋ ਰਿਐਕਟੈਂਟ ਆ ਉਹਨਾਂ ਦਾ ਟੋਟਲ ਮਾਸ ਨੰਬਰ ਦਾ ਸਮ, ਔਰ ਜਿਹੜੇ ਪ੍ਰੋਡਕਟ ਹੈਗੇ ਉਹਨਾਂ ਦੇ ਮਾਸ ਨੰਬਰ ਦਾ ਸਮ, ਠੀਕ ਆ। ਬੋਥ ਮਸਟ ਬੀ ਇਕੁਅਲ, ਸਮ ਇਕੁਅਲ ਹੁੰਦਾ, ਨੰਬਰ ਅਲੱਗ-ਅਲੱਗ ਹੋ ਸਕਦੇ ਆ। ਲਓ ਜੀ, ਦੋ ਬੜੇ ਸੌਖੇ ਜਿਹੇ ਲੰਘ ਗਏ। ਤੀਸਰਾ ਲਿਖ ਲਿਓ, ਤੀਸਰਾ ਹੈਗਾ law of conservation of, ਲਿਖ ਦਿਓ law of conservation of mass and energy। ਥਰਡ ਲਿਖਿਓ
law of conservation of mass and energy, ये आइंस्टीन के अकॉर्डिंग होना law of conservation of mass and energy, law of conservation of mass and energy, mass and energy conservation ਦਾ law। ਇਹ ਕੀ ਕਹਿੰਦਾ ਸੁਣਿਓ, ਇਹ ਗੱਲ ਮੈਂ ਤੁਹਾਨੂੰ ਦੱਸ ਚੁੱਕਿਆ, ਦੁਬਾਰਾ ਸੁਣ ਲਓ। ਇਧਰ ਟੋਟਲ ਮਾਸ ਇਹਦਾ ਤੇ ਇਹਦਾ ਸਮ ਕਰ ਦੋ, ਮਾਸ ਟੋਟਲ, ਮਾਸ ਨੰਬਰ ਨਹੀਂ ਮਾਸ ਦਾ ਟੋਟਲ, ਇਹਦਾ ਤੇ ਇਹਦੇ ਮਾਸ ਦਾ ਟੋਟਲ ਕਰ ਦੋ ਤੇ ਮਾਸ 'ਚ ਡਿਫਰੈਂਸ ਆਊਗਾ। ਉਹ ਮਾਸ ਦਾ ਡਿਫਰੈਂਟ, ਜੇ ਉਹਨੂੰ ਮਾਸ ਡਿਫੈਕਟ ਬੋਲੂੰਗਾ ਮੈਂ। ਜੇ ਨਿਊਕਲੀਅਰ ਰਿਐਕਸ਼ਨ ਦਾ ਮਾਸ ਡਿਫੈਕਟ ਡੈਲਟਾ ਐਮ ਹੋਵੇ, ਜੇ ਨਿਊਕਲੀਅਰ ਰਿਐਕਸ਼ਨ ਦਾ ਮਾਸ ਡਿਫੈਕਟ ਡੈਲਟਾ ਐਮ ਹੋਵੇ ਤਾਂ ਉਹਨੂੰ c² ਨਾਲ ਮਲਟੀਪਲਾਈ ਕਰ ਦੇ, that will be equal to Q value ਜਾਂ એનર્ਜੀ ਲਿਬਰੇਟਡ ਔਰ એનર્ਜੀ ਕੰਜ਼ਿਊਮਡ। ਲਿਖ ਦਿਓ ਇਹ ਗੱਲ, ਲਿਖ ਦਿਓ, the energy liberated or consumed, the energy liberated or consumed during a nuclear reaction, the energy liberated or consumed during a nuclear reaction, during a nuclear reaction is always equal to, is always equal to energy equivalent of, always equal to energy equivalent of mass defect, underline कर लो, energy equivalent of mass defect of nuclear reaction। स्टोरी समझ आ रही कि नहीं आ रही? बड़ा सिंपल है, ठीक है। न्यूक्लियर रिएक्शन दे मास डिफेक्ट दा एनर्जी इक्विवेलेंट, जे डेल्टा एम मास डिफेक्ट होवे लिखियो, इफ डेल्टा एम किया, डेल्टा एम इज मास डिफेक्ट, ये बेटा डेल्टा एम मास डिफेक्ट है, देन कैपिटल Q इज इक्वल टू डेल्टा एम इंटू c²। जे डेल्टा एम तुहानू AMU च दिता होवे मास, तो फिर एनर्जी इक्विवेलेंट किदां फाइंड करोगे? पता है ना तुहानू, किन्ने नाल मल्टीप्लाई करदे हुंदे सी? 931 नाल। लिख दिओ व्हेन, इत्थे नोट पा के लिख दिओ, लिख दिओ इफ डेल्टा एम इज गिवन इन AMU, जे डेल्टा एम एटॉमिक मास यूनिट च दिता होवे, देन ता Q वैल्यू किन्नी? Q इज इक्वल टू, ये होगी बेटा डेल्टा एम इंटू 931 मेगा इलेक्ट्रॉन वोल्ट। ध्यान रखियो, ਉਹੀ ਚੀਜ਼ मैं दोबारा रिपीट की है जी पिछले चैप्टर च मैं न्यूक्लियस से अप्लाई की सी, वो मैं अजकर न्यूक्लियर रिएक्शन से अप्लाई करती है। फॉलो भी कर रहे गल नूं कि नहीं कर रहे? ठीक है, सेम थिंग इज अप्लाइड ऑन न्यूक्लियर रिएक्शन। ठीक है, आ दो हैगे प्रोडक्ट रिएक्टेंट, आ दो हैगे प्रोडक्ट, इन्हां दे मास दा डिफरेंस नूं बोलदे आ मास डिफेक्ट। ठीक है, मास डिफेक्ट दी जे डेफिनेशन लिखनी है तो पेज दे उपर खाली जगह हैगी, पेज दे उपर खाली जगह ते लिखो जल्दी, पेज दे उपर खाली जगह ते लिखो मास डिफेक्ट ऑफ न्यूक्लियर रिएक्शन। पेज दे उपर खाली जगह ते लिख दियो मास डिफेक्ट ऑफ न्यूक्लियर रिएक्शन, डेल्टा एम इज इक्वल टू मास ऑफ रिएक्टेंट्स माइनस मास ऑफ प्रोडक्ट्स, मास ऑफ रिएक्टेंट्स माइनस मास ऑफ प्रोडक्ट्स। मास ऑफ रिएक्टेंट्स इज इक्वल टू मास ऑफ प्रोडक्ट्स माइनस, सॉरी, ठीक है, रिएक्टेंट्स का मास वड्डा ते प्रोडक्ट का मास छोटा, तो डेल्टा एम पॉजिटिव होगा, अदरवाइज डेल्टा एम नेगेटिव भी हो सकता। ठीक है, डेल्टा एम नेगेटिव हो गया तो Q वैल्यू नेगेटिव हो जाएगी। खैर ਅਸੀਂ Q वैल्यू वाल ਨੂੰ स्टोरी चलाइए, ओके, Q वैल्यू की गल करांगे। इस तो बाद ਆਪਾਂ ਆ ਕਿੰਨੇ लॉ लिख ले? 3 लिख ले, एक फोर्थ लिखियो, चौथा लॉ। आ जी चीज ਨੂੰ बॉक्स च बंद करके रखियो, दिस विल बी यूज्ड इन न्यूमेरिकल्स। ਇਹ न्यूमेरिकल च यूज करांगे ਆਪਾਂ आ वाली वैल्यू। ठीक है, ध्यान रखियो,
this will be used in numericals, ਇਹਨੂੰ ਅਸੀਂ numericals ਦੇ ਵਿੱਚ use ਕਰਾਂਗੇ ਆ ਡਿਫਰੈਂਸ ਨੂੰ, numerical ਇਹਦੇ ਨਾਲ ਹੁੰਦਾ। ਆ ਜਾਓ ਇੱਕ ਚੌਥਾ ਲਾਅ ਲਿਖ ਲਿਓ, ਬੜਾ ਯੂਨੀਵਰਸਲ ਲਾਅ ਆ, ਜਦੋਂ ਕਿਤੇ ਵੀ ਕੋਲੀਜਨ ਹੋਵੇ ਤੇ ਕਿਹੜਾ ਲਾਅ ਹਮੇਸ਼ਾ ਐਪਲੀਕੇਬਲ ਹੁੰਦਾ, ਯਾਦ ਆ ਕੋਈ? ਜਦੋਂ ਵੀ ਕੋਲੀਜਨ ਹੋਵੇ ਇੱਕ ਲਾਅ ਇਦਾਂ ਦਾ, ਭਾਵੇਂ ਇਲਾਸਟਿਕ ਹੋਵੇ, ਭਾਵੇਂ ਇਨਇਲਾਸਟਿਕ ਹੋਵੇ, ਭਾਵੇਂ ਜਿਹੜਾ ਮਰਜ਼ੀ ਕੋਲੀਜਨ ਹੋਵੇ, ਕਿਹੜਾ ਲਾਅ? એનર્ਜੀ ਕੰਜ਼ਰਵੇਸ਼ਨ ਦੀ ਤਾਂ ਗੱਲ ਹੋਈ ਗਈ। ਹਾਂ, मोमेंटम, लीनियर मोमेंटम कंजर्वेशन, गुड, लिखो लॉ ऑफ कंजर्वेशन ऑफ लीनियर मोमेंटम, लिखो भाई। हाँ, फोर्थ वन इज लॉ ऑफ कंजर्वेशन ऑफ लीनियर मोमेंटम, लीनियर मोमेंटम दा कंजर्वेशन, लॉ ऑफ कंजर्वेशन ऑफ लीनियर मोमेंटम। ਜਦੋਂ ਕੋਲੀਜਨ ਹੋਣਾ ਤਾਂ ਪ੍ਰੋਡਕਟਸ ਦਾ ਤੇ ਰਿਐਕਟੈਂਟ, ਜਿਹੜੇ ਪ੍ਰੋਡਕਟਸ ਹੈਗੇ ਤੇ ਜਿਹੜੇ ਰਿਐਕਟੈਂਟ ਹੈਗੇ, ਉਹਨਾਂ ਦੋਨਾਂ ਦਾ ਮੋਮੈਂਟਮ, ਟੋਟਲ ਮੋਮੈਂਟਮ, ਯਾਨੀ ਕਿ ਟੱਕਰ ਤੋਂ ਪਹਿਲਾਂ ਮੋਮੈਂਟਮ, ਕੋਲੀਜਨ ਤੋਂ ਪਹਿਲਾਂ ਮੋਮੈਂਟਮ ਤੇ ਕੋਲੀਜਨ ਤੋਂ ਬਾਅਦ ਦਾ ਟੋਟਲ ਲੀਨੀਅਰ ਮੋਮੈਂਟਮ ਆ ਸਿਸਟਮ ਦਾ, ਉਹ ਕੰਜ਼ਰਵ ਰਹਿੰਦਾ। ਇਹਦੇ ਵਿੱਚ ਦੱਸਣ ਦੀ ਲੋੜ ਆ ਕੋਈ? ਕਿਉਂ ਬਈ? ਲਿਖ ਦਿਓ ਇਹ ਗੱਲ, ਲਿਖ ਦਿਓ। in nuclear reaction, the linear momentum of system, system कितना? System इतना, linear momentum of the system remains constant. ਲੀਨੀਅਰ ਮੋਮੈਂਟਮ ਆਫ ਦ ਸਿਸਟਮ ਰਿਮੇਨਸ ਕਾਂਸਟੈਂਟ। ਇਹ ਚਾਰ ਲਾਅ ਇਦਾਂ ਦੇ ਜਿਹੜੇ ਨਿਊਕਲੀਅਰ ਰਿਐਕਸ਼ਨਸ ਓਬੇ ਕਰਦੀਆਂ, ਕੋਈ ਸ਼ੱਕ? ਹੁਣ ਮੈਨੂੰ ਜੈਸਮੀਨ ਨੇ ਸਵਾਲ ਕੀਤਾ, ਸਰ ਵੀ ਜੇ ਉਹ ਉਹਦੇ ਵਿੱਚ ਐਂਟਰ ਕਰ ਗਿਆ ਦੱਸੋ ਕਿਹੜਾ ਪਾਰਟੀਕਲ ਬਣੂਗਾ? ਬੜਾ ਜਿਹਾ ਲਿਖਿਓ ਫਾਰਮੇਸ਼ਨ ਆਫ ਕੰਪਾਊਂਡ ਨਿਊਕਲੀਅਸ, ਬੜੀ ਜੀ ਗੱਲ ਲਿਖ ਲਿਓ, ਲਿਖਿਓ ਫਾਰਮੇਸ਼ਨ ਆਫ ਕੰਪਾਊਂਡ ਨਿਊਕਲੀਅਸ। ਜਦੋਂ ਇਹ ਰਿਐਕਸ਼ਨ ਹੋਈ ਆ ਵਾਲੀ ਜਿਹੜੀ ਤੁਹਾਡੇ ਸਾਹਮਣੇ ਲਿਖੀ ਆ, ਤਾਂ ਇਹ ਸਿੱਧੀ ਡਾਇਰੈਕਟ ਨਹੀਂ ਹੋ ਗਈ, ਇੱਥੇ ਵਿਚਾਲੇ ਇੱਕ ਬਹੁਤ ਥੋੜੇ ਟਾਈਮ ਵਾਸਤੇ, ਠੀਕ ਹੈ ਨਾ, ਅਪਰੋਕਸੀਮੇਟ 10 ਦੀ ਪਾਵਰ -15 -16 ਸੈਕਿੰਡ, ਦਿਸ ਇਜ਼ ਅ ਵੈਰੀ ਸਮਾਲ ਟਾਈਮ, ਸ਼ਾਰਟ ਟਾਈਮ, ਇੰਨੇ ਥੋੜੇ ਟਾਈਮ ਵਾਸਤੇ ਇੱਕ ਕੰਪਾਊਂਡ ਨਿਊਕਲੀਅਸ ਤਿਆਰ ਹੁੰਦਾ, ਠੀਕ ਹੈ, ਵਿਚ ਇਜ਼ ਅਨਸਟੇਬਲ। ਤਾਂ ਉਹ ਜਦੋਂ ਦੁਬਾਰਾ ਟੁੱਟਦਾ ਤਾਂ ਫਿਰ ਆਹ ਪ੍ਰੋਡਕਟ ਬਣਦੇ ਆ। ਓਕੇ, ਤਾਂ ਕੀ ਲਿਖਿਆ ਤੁਸੀਂ? ਫਾਰਮੇਸ਼ਨ ਆਫ ਕੰਪਾਊਂਡ ਨਿਊਕਲੀਅਸ ਡਿਊਰਿੰਗ ਨਿਊਕਲੀਅਰ ਰਿਐਕਸ਼ਨ। ਲਿਖਿਓ, ਹੈਡਿੰਗ ਪਾ ਲਿਓ ਛੋਟੀ ਜੀ, ਕੀ ਲਿਖਿਆ ਆਪਾਂ? ਫਾਰਮੇਸ਼ਨ ਆਫ ਕੰਪਾਊਂਡ ਨਿਊਕਲੀਅਸ during nuclear reaction। nuclear reaction ਦੇ ਵਿੱਚ ਕੀ ਬੇਟਾ? ਕੰਪਾਊਂਡ ਨਿਊਕਲੀਅਸ ਦੀ ਫਾਰਮੇਸ਼ਨ, formation of compound nucleus during nuclear reaction। okay, ਆ ਜਾਓ ਹੁਣ ਕੰਪਾਊਂਡ ਨਿਊਕਲੀਅਸ ਦੀ ਫਾਰਮੇਸ਼ਨ ਵਾਸਤੇ ਮੇਰੇ ਕੋਲ ਸਟੋਰੀਆਂ ਨਹੀਂ ਪੜ੍ਹਨੀਆਂ, ਠੀਕ ਆ? ਸਿੰਪਲ ਜੀ ਗੱਲ ਲਿਖਿਓ, ਕੀ ਹੋਇਆ? XZ1A1 ਕੌਣ ਸੀ ਇਹ? ਟਾਰਗੇਟ ਨਿਊਕਲੀਅਸ। ਇਹਦੇ ਵਿੱਚ ਕਿਹਨੇ ਸਟ੍ਰਾਈਕ ਕੀਤਾ ਬੇਟਾ? ਕਿਹਨੇ ਸਟ੍ਰਾਈਕ ਕੀਤਾ? ਬੰਬਾਰਡਿੰਗ ਪਾਰਟੀਕਲ B ਨੇ, Z2A2। ਬਣਿਆ ਕੀ? ਇੱਕਦਮ ਨਾ ਬਣਾਇਓ, ਵਿਚਾਲੇ ਇੱਕ ਕੰਪਾਊਂਡ ਨਿਊਕਲੀਅਸ ਬਣਿਆ, ਰੈਜ਼ੀਡਿਊਲ ਨਹੀਂ, ਠੀਕ ਆ? ਇੱਕ ਕੰਪਾਊਂਡ ਨਿਊਕਲੀਅਸ C ਬਣਿਆ। ਓਕੇ, ਉਹ ਗੱਲ ਸੁਣ ਲੈ, ਮੈਂ ਇਹਦੀ ਐਕਸਪਲੇਨ ਮੈਕੈਨਿਜ਼ਮ ਦੱਸ ਰਿਹਾ ਇਹਦਾ, ਵੀ ਇਹ ਕਿਉਂ ਬਣੇ। ਇੱਕ ਸ਼ਾਰਟ ਟਾਈਮ ਵਾਸਤੇ, ਵੈਰੀ ਸ਼ਾਰਟ ਟਾਈਮ ਵਾਸਤੇ ਕੰਪਾਊਂਡ ਨਿਊਕਲੀਅਸ ਬਣਿਆ C, ਔਰ C ਦੇ ਵਿੱਚ Z ਤਾਂ ਉਹਦਾ ਹੋ ਗਿਆ Z1 + Z2, A ਹੋ ਗਿਆ ਉਹਦਾ A1 + A2, ਔਰ ਬ੍ਰੈਕਟ ਲਗਾ ਕੇ ਤੇ ਸਟਾਰ ਦਾ ਮਤਲਬ ਕੀ ਆ? ਕਿਉਂ ਬਈ? ਐਕਸਾਈਟਡ ਆਏ। ਕੌਣ ਹੈ? ਐਕਸਾਈਟਡ ਆਏ, ਠੀਕ ਆ? ਇਹ ਸਟੇਬਲ ਸਟੇਟ ਵਿੱਚ ਹੈ ਨਹੀਂ, ਇਹਨੂੰ ਆਪਾਂ ਕਿੱਥੇ ਲੈ ਕੇ ਜਾਣਾ? ਇਹਨੂੰ ਆਪਾਂ ਸਟੇਬਲ ਸਟੇਟ ਦੇ ਵਿੱਚ ਲੈ ਕੇ ਜਾਣਾ, ਇਹ ਆਪਣੇ ਆਪ ਹੀ ਜਾਊਗਾ, ਕਹਿਣ ਦੀ ਲੋੜ ਨਹੀਂ, ਠੀਕ ਆ? ਦਿਸ ਇਜ਼ ਕੰਪਾਊਂਡ ਨਿਊਕਲੀਅਸ, ਇੱਥੇ ਲਿਖ ਲਿਓ, ਕੰਪਾਊਂਡ ਨਿਊਕਲੀਅਸ is unstable, ਇਹ unstable ਆ, and formed for a very short time, ਬਹੁਤ ਥੋੜੇ ਟਾਈਮ ਵਾਸਤੇ ਬਣਦਾ। ਇਹਦੇ ਨਾਲ ਹੀ ਥੱਲੇ ਲਿਖ ਲਿਆ ਆਪਾਂ, formed for a very short time। ਕਿੰਨਾ ਟਾਈਮ ਬੇਟਾ?
ब्रैकेट च पा लियो 10⁻⁻16 16 सेकंड अप्रोक्स लगभग। ओके, अप्रोक्सीमेट 10⁻⁻16 सेकंड दे वास्ते ये कंपाउंड न्यूक्लियस बनता। बेटे जी समझ आ रहा है कि नहीं आ रहा? उस तो बाद इन्ने थोड़े टाइम वास्ते बन के नालों दी नाल टुट जू, ब्रेक हो जू। ब्रेक होने तो बाद फिर आ रेजिड्यूल न्यूक्लियस बनया वाई Z3A3 और प्लस आउटगोइंग पार्टिकल ऑक्सीजन ना कह दे उन्होंने Z4A4 और ये एनर्जी लिबरेट होगी। समझ आ रही गल कि नहीं आ रही? ओके, न्यूक्लियर रिएक्शन किदां हुंदी आ? ड्यू टू फॉर्मेशन ऑफ कंपाउंड न्यूक्लियस। चलो इन्नी गल भी क्लीयर होगी। दीज आर द फंडामेंटल थिंग्स। जिन्नियां गल्लां तुहानूं हजे तक लिखाइयां सारियां फंडामेंटल आ। हुण इह च एक फंडामेंटल असीं हुण किधर नूं चले आ? हुण असीं क्यू वैल्यू वाल नूं जा रहे हां। एक तां मैं तुहानूं लिखवा चुका भी क्यू वैल्यू हुंदी किन्नी आ। ਇਹ ਹੁੰਦੀ ਆ ਮਾਸ ਡਿਫੈਕਟ ਇਨਟੂ ਸੀ ਸਕੁਅਰ। ਮਾਸ ਡਿਫੈਕਟ ਇਨਟੂ ਸੀ ਸਕੁਅਰ। ਹੁਣ ਆਪਾਂ ਮਾਸ ਡਿਫੈਕਟ ਦੇ ਬਿਹਾਫ ਤੇ ਇਸ ਨਿਊਕਲੀਅਰ ਰਿਐਕਸ਼ਨ ਨੂੰ ਦੋ ਹਿੱਸਿਆਂ 'ਚ ਵੰਡਾਂਗੇ। ਇੱਕ ਤਾਂ ਹੁੰਦੀ ਹੈ ਐਗਜ਼ੋਅਰਜਿਕ, ਦੂਜੀ ਹੁੰਦੀ ਹੈ ਐਂਡੋਅਰਜਿਕ। ਥੋੜਾ ਬਹੁਤਾ ਕਿਤੇ ਕੈਮਿਸਟਰੀ 'ਚ ਦੇਖਿਆ ਹੋਣਾ। ਐਗਜ਼ੋਅਰਜਿਕ ਤੇ ਐਂਡੋਅਰਜਿਕ, ਇੱਕ ਤਾਂ એનર્ਜੀ ਖਾਣ ਵਾਲੀ ਹੈ, ਇੱਕ એનર્ਜੀ ਦੇਣ ਵਾਲੀ ਹੈ। ਦੋ ਤਰ੍ਹਾਂ ਦੀ ਰਿਐਕਸ਼ਨ ਹੀ ਹੁੰਦੀਆਂ। ਇੱਕ 'ਚ એનર્ਜੀ ਲਿਬਰੇਟ ਹੁੰਦੀ ਹੈ, ਇੱਕ 'ਚ ਕੰਜ਼ਿਊਮ ਹੁੰਦੀ ਹੈ, ਬਸ ਠੀਕ ਹੈ। ਇੱਕ ਨੂੰ ਬੋਲਾਂਗੇ ਐਗਜ਼ੋਅਰਜਿਕ, ਦੂਜੀ ਨੂੰ ਐਂਡੋਅਰਜਿਕ। ਤਾਂ क्यू वैल्यू ਦੀ ਬਿਹਾਫ ਤੇ ਵੀ ਪੋਜ਼ਿਟਿਵ ਆ ਜਾਂ ਨੈਗੇਟਿਵ ਆ, ਇਹਦੇ ਬਿਹਾਫ ਤੇ ਅਸੀਂ ਨਿਊਕਲੀਅਰ ਰਿਐਕਸ਼ਨ ਨੂੰ ਕਿੰਨੇ ਪਾਰਟਸ 'ਚ ਡਿਵਾਈਡ ਕਰਾਂਗੇ? ਦੋ। ਨਵੀਂ ਲਾਈਨ ਤੋਂ ਲਿਖਿਓ, ਹੈਡਿੰਗ ਪਾ ਲਿਓ क्यू वैल्यू ऑफ न्यूक्लियर रिएक्शन। नवा टॉपिक लिखियो क्यू वैल्यू ऑफ न्यूक्लियर रिएक्शन। लिखो क्यू वैल्यू ऑफ न्यूक्लियर रिएक्शन, किसी न्यूक्लियर रिएक्शन की क्यू वैल्यू। तो क्यू वैल्यू की डेफिनेशन की है? क्यों भाई क्यू वैल्यू की है? एनर्जी आ, कित्थे जनरेट हुई है? न्यूक्लियर रिएक्शन च। न्यूक्लियर रिएक्शन च एनर्जी जनरेट हुई या कंज्यूम हुई? किदे इक्वल आ? किदे इक्वल आ? डेल्टा एम यानी कि मास डिफेक्ट मल्टीप्लाइड बाय सी स्क्वायर। ठीक है, तो लिख देंगे क्यू वैल्यू ऑफ न्यूक्लियर रिएक्शन जी आ, दिस इज द एनर्जी लिबरेटेड और कंज्यूम्ड। लिख दो क्यू वैल्यू ऑफ न्यूक्लियर रिएक्शन इज द एनर्जी लिबरेटेड और कंज्यूम्ड, ठीक है, ड्यूरिंग द रिएक्शन, ड्यूरिंग द न्यूक्लियर रिएक्शन। बोलो भाई समझ आ रहा है क्यू वैल्यू की होंगी है? मैं दोबारा तीजी बार, मैंने लगता पहला भी लिखवाया एक बार। ओके, ऑल्सो क्यू इज इक्वल टू, किदे इक्वल सी? मैं जानबूझ के लिख रहा मास डिफेक्ट ऑफ न्यूक्लियर रिएक्शन मल्टीप्लाइड विद सी स्क्वायर। पढ़ाइए गल तुहानू जूल च तां मिलू जे किलोग्राम च होवे, जे AMU च होया तो 931 नाल सीधा मल्टीप्लाई करो, सी स्क्वायर नाल मल्टीप्लाई नहीं करना। ये गल तुहानू भी बार बार कहती है, डेल्टा M इंटू सी स्क्वायर। नाउ दिस डेल्टा M मे बी पॉजिटिव और नेगेटिव। डेल्टा M हुंदा किन्ना, ये मैं नाल ही लिखण लग्या हियर। डेल्टा M इज इक्वल टू की बोलिया सी? टोटल मास ऑफ प्रोडक्ट पहला लिखना कि रिएक्टेंट पहला लिखना? रिएक्टेंट, इन्हां दा मास माइनस इन्हां दा मास, अगे नूं चलना। ठीक है, मास ऑफ टोटल मास ऑफ रिएक्टेंट्स माइनस टोटल मास ऑफ प्रोडक्ट्स। रिएक्टेंट दे मास दे विचों प्रोडक्ट्स दा मास माइनस करता। ठीक है, देन दिस विल बी इक्वल टू डेल्टा M। हाँ जी, डेल्टा M पॉजिटिव भी हो सकती है तो डेल्टा M की वैल्यू नेगेटिव भी हो सकती है। इस बिहाफ ते क्यू वैल्यू पॉजिटिव भी हो सकती है तो
ਨੈਗੇਟਿਵ ਵੀ ਹੋ ਸਕਦੀ ਆ। ਜੇ Q ਵੈਲਿਊ ਪੋਜ਼ਿਟਿਵ ਹੋਈ ਇਹਦਾ ਮਤਲਬ એનર્ਜੀ ਲਿਬਰੇਟ ਹੋ ਰਹੀ ਆ, ਤੇ ਜੇ Q ਵੈਲਿਊ ਨੈਗੇਟਿਵ ਹੋਈ ਇਹਦਾ ਮਤਲਬ એનર્ਜੀ ਕੰਜ਼ਿਊਮ ਹੋ ਰਹੀ। ਠੀਕ ਆ, ਕਹਾਣੀ ਬੜੀ ਸਿੰਪਲ ਆ, ਇਹ ਚ ਕੋਈ ਕੰਪਲਿਕੇਸ਼ਨ ਹੈ ਹੀ ਨਹੀਂ ਵੀ ਤੁਹਾਨੂੰ ਕੋਈ ਉਲਝ ਦੀ ਗੱਲ ਹੋਊਗੀ ਜਿਹੜੀ ਸਮਝ ਨਹੀਂ ਆਉਣੀ। ਬੜਾ ਸਿੰਪਲ ਜਿਹਾ ਕੰਮ ਚੱਲਦਾ। ਓਕੇ, ਕੰਟੀਨਿਊ ਕਰਾਂ। ਨਵੀਂ ਲਾਈਨ ਤੋਂ ਐਰੋ ਲਾ ਕੇ ਲਿਖਿਓ on the basis of Q value, arrow ला के लिखियो on the basis of Q value the nuclear reactions can be classified in two types। ਅਸੀਂ ਨਿਊਕਲੀਅਰ ਰਿਐਕਸ਼ਨਸ ਨੂੰ ਦੋ ਤਰ੍ਹਾਂ ਕਲਾਸੀਫਾਈ ਕਰ ਸਕਦੇ ਹਾਂ, ਦੋ ਤਰੀਕਿਆਂ 'ਚ। ਠੀਕ ਆ, ਟੂ ਟਾਈਪਸ ਦੇ ਵਿੱਚ। ਓਕੇ, ਕਿਹੜੇ ਕਿਹੜੇ ਧਿਆਨ ਨਾਲ ਸੁਣ ਲਿਓ। Q ਵੈਲਿਊ ਦੀ ਗੱਲ ਚੱਲੀ ਤੇ Q ਵੈਲਿਊ ਆਪਾਂ ਇੱਥੇ ਲਿਖਤੀ। ਓਕੇ, ਹਾਂ ਬਈ ਧਿਆਨ ਨਾਲ ਸੁਣ ਲਿਓ, ਆ ਬੜੀ ਇੰਪੋਰਟੈਂਟ ਆ। ਮਾਸ ਆਫ ਰਿਐਕਟੈਂਟਸ, ਮਾਸ ਆਫ ਪ੍ਰੋਡਕਟਸ, ਦਿਸ ਇਜ਼ ਵੈਰੀ ਇੰਪੋਰਟੈਂਟ। ਓਕੇ, ਤਾਂ ਖੈਰ ਫਸਟ ਟਾਈਪ ਲਿਖਿਓ। ਪਹਿਲਾ ਟਾਈਪ ਲਿਖੋ ਐਗਜ਼ੋਅਰਜਿਕ ਰਿਐਕਸ਼ਨ ਜਾਂ ਐਗਜ਼ੋਅਰਜਿਕ ਨਿਊਕਲੀਅਰ ਰਿਐਕਸ਼ਨ। ਪਹਿਲੀ ਐਗਜ਼ੋਅਰਜਿਕ ਨਿਊਕਲੀਅਰ ਰਿਐਕਸ਼ਨ ਹੁੰਦਾ ਜਿਹ 'ਚ એનર્ਜੀ ਲਿਬਰੇਟ ਹੁੰਦੀ ਹੈ। ਠੀਕ ਆ, ਲਿਖ ਦਿਓ in this type of nuclear reaction, the energy is liberated. That is Q value is ਕਿਹੜੀ? ਪੋਜ਼ਿਟਿਵ ਔਰ ਨੈਗੇਟਿਵ? ਪੋਜ਼ਿਟਿਵ। ਆ ਦੋਨਾਂ ਗੱਲਾਂ ਨੂੰ ਅੰਡਰਲਾਈਨ ਕਰ ਲਿਓ। Q value is positive, energy is liberated। ਹੁਣ ਮੈਨੂੰ ਇੱਕ ਗੱਲ ਦੱਸਿਓ, ਜੇ Q value ਪੋਜ਼ਿਟਿਵ ਹੋਈ ਇਹਦਾ ਮਤਲਬ ਮਾਸ ਕਿਹਦਾ ਵੱਡਾ? ਰਿਐਕਟੈਂਟਸ ਦਾ ਜਾਂ ਪ੍ਰੋਡਕਟਸ ਦਾ? ਸਰ ਰਿਐਕਟੈਂਟਸ ਦਾ ਸਰ। ਆ ਵੈਲਿਊ ਵੱਡੀ ਆ ਜੇ ਰਿਐਕਟੈਂਟਸ ਦਾ ਟੋਟਲ ਮਾਸ ਜ਼ਿਆਦਾ, ਪ੍ਰੋਡਕਟਸ ਦਾ ਘੱਟ ਆ। ਪ੍ਰੋਡਕਟਸ ਦਾ ਮਾਸ ਘੱਟ ਹੈ, ਜਿਹੜੇ ਪ੍ਰੋਡਕਟ ਬਣੇ ਆ ਉਹਨਾਂ ਦਾ ਮਾਸ ਘਟ ਗਿਆ। ਇਹਦਾ ਮਤਲਬ ਜਿਹੜਾ ਮਾਸ ਦਾ ਫਰਕ ਪੈ ਗਿਆ ਉਹ એનર્ਜੀ ਦੀ ਫਾਰਮ 'ਚ ਬਾਹਰ ਨਿਕਲ ਗਿਆ। ਜੇ ਉਹਨਾਂ ਦਾ ਮਾਸ ਵੱਧ ਗਿਆ ਤਾਂ ਆਇਆ ਕਿੱਥੋਂ ਮਾਸ? ਉਹ ਅਸੀਂ ਬਾਹਰੋਂ ਦਿੱਤਾ એનર્ਜੀ ਦੇ ਕੇ। ਸਮਝ ਆ ਰਹੀ? ਕਿਉਂਕਿ ਆਇਨਸਟੀਨ ਬੋਲਦਾ ਮਾਸ ਤੇ એનર્ਜੀ ਆਪਸ 'ਚ ਇਕੁਇਵਲੈਂਟ ਹੁੰਦੇ ਆ mc² ਦੇ ਹਿਸਾਬ ਦੇ ਨਾਲ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਲਿਖ ਦਿਓ ਇਹ ਗੱਲ, ਮਾਸ ਆਫ reactants is greater than mass of products। ਛੋਟੀਆਂ ਗੱਲਾਂ ਧਿਆਨ ਰੱਖਿਓ। ਰਿਐਕਟੈਂਟਸ ਦਾ ਮਾਸ ਜ਼ਿਆਦਾ ਹੁੰਦਾ, ਪ੍ਰੋਡਕਟਸ ਦਾ ਘੱਟ ਹੁੰਦਾ। Q ਵੈਲਿਊ ਪੋਜ਼ਿਟਿਵ ਹੁੰਦੀ ਆ। ਠੀਕ ਆ, Q ਵੈਲਿਊ ਪੋਜ਼ਿਟਿਵ ਹੁੰਦੀ ਹੈ। ਯਾਦ ਹੋ ਗਿਆ? ਚੀਜ਼ ਉਹੀ ਆ, ਡੈਲਟਾ M into C², ਨਵਾਂ ਕੁਛ ਨਹੀਂ। ਇਸ ਤੋਂ ਬਾਅਦ ਕਿਹੜੀ ਰਿਐਕਸ਼ਨ? ਐਂਡੋਅਰਜਿਕ ਰਿਐਕਸ਼ਨ। ਐਂਡੋਅਰਜਿਕ ਨਿਊਕਲੀਅਰ ਰਿਐਕਸ਼ਨ ਕਿਹੜੀ ਆ? ਜਸਟ ਇਹਦੀ ਆਪੋਜ਼ਿਟ ਲਿਖ ਦਿਓ। in this type of nuclear reaction the energy is liberated ਦੀ ਥਾਂ ਤੇ ਕੀ ਕਰ ਦੋਗੇ? consumed। ਹੈ? हाँ बिल्कुल होगी। यहां पर लिख देता हूं ये एंडोअर्जिक की डेफिनेशन। in this type of nuclear reaction the energy is consumed ਨੂੰ अंडरलाइन कर लियो। that is Q value is negative, अंडरलाइन कर लियो। फिर mass of reactants is less than mass of products ਵੱਡੇ ਹੋ ਗਏ। ਕਿੱਥੋਂ ਵੱਡੇ ਹੋਏ? ਮਾਸ ਬਾਹਰੋਂ ਜੁੜ ਗਿਆ ਕਿ ਕਿਉਂ ਬਈ? ਮੰਨ ਲਓ ਬੰਦਾ ਮੋਟਾ ਹੋ ਗਿਆ ਤੇ ਬਿਨਾਂ ਖਾਧੇ ਮੋਟਾ ਹੋ ਜਾਊਗਾ? ਬਾਹਰੋਂ ਸਮਾਨ ਆਇਆ, ਢਿੱਡ 'ਚ ਗਿਆ ਤਾਂ ਹੀ ਮੋਟਾ ਹੋਇਆ ਬੰਦਾ।
समझ आ रही गल कि नहीं आ रही? दबी आया, खाण पीण करी आया, ढिड वड्डा हो गया भी ਤਾਂ ਕੀ ਹੋਇਆ? तो ਉਹਨੇ ना ਲੈਣਾ ਹੋਊਗਾ, ਤੂੰ ਬਹਿ ਜਾ ਟੇਕ ਕੇ, ਉਹੀ ਗੱਲ ਫਿਰ। ਤੋੜਿਆ ਤੂੰ ਸੀ। ਪਤਾ ਨਹੀਂ ਸਰ ਕੀ ਕਰੀ, ਮੈਂ ਪਹਿਲਾਂ ਇੱਕ ਲੈ ਲਿਆ ਨੇ, ਉਹ ਵਾਪਸ ਗਧਿਆਂ ਨੇ ਗਧੇ ਰਹਿਣਾ, ਸਿਆਣੇ ਕਹਿੰਦੇ ਵੀ ਲੰਡੇ ਨੂੰ ਖੁੰਡਾ ਨਾ 100 ਕੋਹ ਤੇ ਟੱਕਰਦਾ। ਪਤਾ ਨਹੀਂ ਸਰ ਕੀ ਕਰੀ ਜਾਂਦਾ। ਠੀਕ ਹੈ ਨਾ, ਆ ਜਾਓ। ਵੀ ਜੇ ਤੂੰ ਨਹੀਂ, ਜੇ ਤੂੰ ਨਾ ਕੈਪ ਚੱਕੇਗਾ, ਤੇਰਾ ਬਾਂਦਰ ਲੰਡਾ ਹੁੰਦਾ ਆ ਕੇ ਹੈ ਗਧਾ। ਵੀ ਚੁੱਪ ਕਰਕੇ ਬਹਿ ਜਾਓ, 10 ਮਿੰਟ ਪੜ੍ਹ ਲਓ। ਹਾਂ ਬਈ, ਆ ਬਾਂਦਰ ਲੰਡੇ ਵਾਲਾ ਡਾਇਲੌਗ ਵੀ ਵਧੀਆ ਨਾ। ਹਾਂ ਬਈ, ਕੰਸਨਟਰੇਟ ਐਂਡ ਔਰ ਬਿਨਾਂ ਪੂਛ ਵਾਲੇ ਨੂੰ ਬੋਲਦੇ ਆ, ਪਤਾ ਨਾ। ਹਾਂ ਬਈ, एंडो-एनर्जी करेक्शन कंप्लीट होगी। आ पता लग गया मास ऑफ रिएक्टेंट्स इज लेस देन मास ऑफ प्रोडक्ट्स। ओके, दो तरह दी रिएक्शन सीगियां, ये दोनों कंप्लीट आ। ठीक है, इस तो बाद अगली गल एग्जांपल तुहानू नोट करवाते, कुछ रियात नहीं है चो। ओके है, ठीक है। सारे जिहड़े पहला दो लिखवाए होर की आ, इन्हां दे उन्हां च ही आउणे आ, हुण स्पैशल निकलणगे। कोई नहीं, गां वाधू कुछ आउणा, टेंशन ना लो। देखो भाई, मैं तो लिखवा देने, मैं सवाल भी करवा दूंगा, टेंशन क्यों लेने तुसी हुण आ ही गए हैं, तो आ जाओ फिर लिखो। एक रिएक्शन लिखो, बड़े सूरमे कहते एग्जाम्पल नहीं लिखवाए, आप सवाल करावांगे। क्वेश्चन नंबर 1 इक्वेशन लिखो। लिखो Li36 प्लस H11, Li36 प्लस H11 न्यूक्लियर रिएक्शन है, इज इक्वल टू बन गया He24 हीलियम बन गया, प्लस ਇਹਦੇ ਨਾਲ एनर्जी, ਉਹ हीलियम एक नहीं बनया, दो बन गए He24, और ਇਹਦੇ ਨਾਲ एनर्जी Q लिख लो। दो हीलियम बन गए, नाल एनर्जी लिबरेट हो गई। गिवन की आ, गिवन हाँ सर ये रिएक्शन में बैलेंस तो है नहीं सर, उधर 3 + 1 सर ऊपर 6 + 1 7 और उधर साइड पे 8 आ रहा है। एक मिनट रुक बेटा, इस रिएक्शन में बैलेंस होना चाहिए था, लेकिन इसने बैलेंस नहीं किया। इसका मतलब ये है कि इस क्वेश्चन में कुछ गड़बड़ है। इस क्वेश्चन को अगर ठीक तरीके से लिखेंगे, बेटा रिएक्शन दी हुई है, ICSE सवाल पाया हुआ है, 7 ते 8 ऊपर 4 ते 4 8 आ 7 हुण हो गया बैलेंस। यस आ जाओ, 3 + 1 7 + 1 8 4 + 4 8 3 + 1 4 2 + 2 4 मास ऑफ लिथियम Li3 7। लिथियम का मास लिखियो 7 पॉइंट, ये पेपर च आउंदा सवाल 016 AMU, ये मास ऑफ लिथियम। नेक्स्ट लिखो मास ऑफ H11, H11 का मास है 1.008 ओए आवाज नहीं। मास ऑफ हीलियम He24 ਇਹਦਾ मास, ये दोनों का इक्को जिहा। हीलियम का मास हैगा 4.004 AMU। जो इन्हें देता दैट्स फाइनल, आपकी मर्जी नाल कोई मास नहीं लिखना। ठीक है, जो क्वेश्चन च गिवन है वही यूज करोगे तुसी। हाँ हो गया भाई। कहना फाइंड आउट Q वैल्यू of the nuclear
रिएक्शन। फाइंड आउट Q वैल्यू ऑफ दिस न्यूक्लियर रिएक्शन। इस न्यूक्लियर रिएक्शन की Q वैल्यू पता करो, शेयर बन जाओ। पहला मास ऑफ प्रोडक्ट्स पता करो, फिर मास ऑफ रिएक्टेंट पता करो। पहला रिएक्टेंट का पता कर लो, फिर प्रोडक्ट्स का पता कर लो, फिर माइनस कर लो। ठीक है, ਇਹਦੇ ਵਿੱਚੋਂ ਇਹਦੇ ਮਾਸ ਚੋਂ ਇਹਦੇ ਮਾਸ ਨੂੰ ਮਾਈਨਸ ਕਰ ਦਿਓ। ਆ ਦੋਨਾਂ ਦਾ ਸੇਮ ਆ ਤਾਂ ਮਲਟੀਪਲਾਈ ਕਰ ਲਿਓ 2 ਨਾਲ। ਠੀਕ ਆ, ਇਹਨੂੰ 2 ਨਾਲ ਸਿੱਧਾ ਹੀ ਮਲਟੀਪਲਾਈ ਕਰ ਲਿਓ ਜਾਂ ਦੋਨੋਂ ਨੂੰ ਐਡ ਕਰ ਲਿਓ, ਗੱਲ ਤੇ ਕੋਈ ਹੈ। ਸ਼ੇਅਰ ਬਣੋ ਜਲਦੀ ਕਰੋ, ਡੈਲਟਾ ਐਮ ਪਤਾ ਕਰੋ। ਮੈਂ ਮਾੜਾ ਜਿਹਾ ਫਾਰਮੂਲਾ ਲਿਖ ਦਿੰਦਾ, ਡੈਲਟਾ ਐਮ ਇਜ਼ ਇਕੁਅਲ ਟੂ ਮਾਸ ਆਫ ਰਿਐਕਟੈਂਟਸ ਮਾਈਨਸ ਮਾਸ ਆਫ प्रोडक्ट्स। ਹੁਣ प्रोडक्ट्स ਦਾ ਕਿੰਨਾ ਤੇ ਰਿਐਕਟੈਂਟਸ ਦਾ ਕਿੰਨਾ, ਇਹ ਤੁਸੀਂ ਆਪੇ ਦੇਖੋ ਵੀ ਸਾਰੇ ਦਿੱਤੇ ਹੋਏ ਆ। ਠੀਕ ਆ, ਬੜਾ ਸਿੰਪਲ ਫੰਡਾ। ਰਿਐਕਟੈਂਟਸ ਕਿਹੜੇ ਕਿਹੜੇ, ਇੱਕ ਲੀਥੀਅਮ ਆ ਤੇ ਇੱਕ ਹਾਈਡਰੋਜਨ ਆ। ਇਹਦੇ ਵਿੱਚ ਕੋਈ ਆਪਾਂ ਨੂੰ ਇਦਾਂ ਦੀ ਗੱਲ ਦਾ ਕੋਈ ਇਸ਼ੂ ਨਹੀਂਗਾ ਵੀ ਆਪਾਂ ਕੋਈ ਮਾਸ ਨੰਬਰ ਯੂਜ਼ ਕਰਨਾ ਜਾਂ ਮਲਟੀਪਲਾਈ ਕਰਨਾ ਜਾਂ ਕੁਝ ਕਰਨਾ। ਠੀਕ ਆ, ਆਪਾਂ ਜਸਟ ਸੋਲੂਸ਼ਨ ਦੇਣਾ। ਹਾਂਜੀ, ਕਿੰਨਾ ਆਨਸਰ ਆਇਆ ਬੇਟਾ? ਇੱਕ ਬੱਚੇ ਨੇ ਮੈਨੂੰ ਆਨਸਰ ਵੀ ਭੇਜਿਆ, ਵੈਰੀ ਗੁੱਡ, ਸ਼ਾਬਾਸ਼। ਇਹ ਮੇਰੇ ਸ਼ੇਰ ਆ, ਸ਼ੇਰ। ਇੱਕ ਬੱਚਾ ਮੈਨੂੰ ਆਨਸਰ ਭੇਜ ਰਿਹਾ, ਕੈਲਕੂਲੇਟਰ ਅਲਾਉਡ ਨਹੀਂ ਇਹ ਵਿੱਚ ਵਾਲਾ ਨੂੰ ਮਰੀ ਜਾਂਦਾ। ਕੈਲਕੂਲੇਟਰ ਇਜ਼ ਨਾਟ ਅਲਾਉਡ। ਹਾਂ, ਸਾਰਾ ਟੋਟਲ 0, ਇਹਦਾ ਸਬਟ੍ਰੈਕਸ਼ਨ 0.16। ਹਾਂ, ਇਹਨੂੰ ਕਿੰਨੇ ਨਾਲ ਮਲਟੀਪਲਾਈ ਕਰੋਗੇ? Q value is equal to delta M into AMU ਚ ਦਿੱਤਾ ਨਾ 931 ਮੈਗਾ ਇਲੈਕਟ੍ਰੋਨ ਵੋਲਟ। ਕਰ ਜਲਦੀ ਦੇਖ ਕਿੰਨਾ 0.16 ਜਾਂ 0.016 ਜਾਂ 0.016 ਆ ਮਾਸ ਦਾ ਡਿਫੈਕਟ ਨੇ ਕੱਢਿਆ 0.016 AMU। ਕਿੱਦਾਂ ਆਇਆ, ਪਤਾ ਲੱਗਿਆ ਕਿ ਨਹੀਂ ਲੱਗਿਆ? ਰਹਿਣਾ ਕਿੱਦਾਂ ਆਇਆ? ਕਿਹਦਾ ਮਾਈਨਸ ਕੀਤਾ? ਇਹਨਾਂ ਦੋਨਾਂ ਨੂੰ ਪਲੱਸ ਕਰਿਆ, ਫਿਰ ਉਹਨਾਂ ਦੋਨਾਂ ਨੂੰ ਪਲੱਸ ਕਰਿਆ। ਹਾਂ, ਉਹਨੂੰ 2 ਨਾਲ ਮਲਟੀਪਲਾਈ ਕਰਕੇ ਕਰ ਲਾ। ਠੀਕ ਆ, ਫਿਰ ਸਬਟ੍ਰੈਕਸ਼ਨ ਕੀਤਾ, ਸਾਨੂੰ ਇੰਨਾ ਮਿਲ ਗਿਆ। ਇਹਦੇ ਵਿੱਚ 931 ਨਾਲ ਮਲਟੀਪਲਾਈ ਕਰ ਦੋ, ਯੂ ਵਿਲ ਗੈਟ ਦਾ ਆਨਸਰ। Q ਵੈਲਿਊ ਸਾਡੇ ਕੋਲੇ ਇੰਨੀ ਹੋਵੇਗੀ। ਔਖਾ ਕੋਈ? ਹੁਣ એનર્ਜੀ ਜਾਊ ਕਿੱਥੇ? ਧਿਆਨ ਨਾਲ ਸੁਣੋ। 14.896 ਸ਼ਾਬਾਸ਼ ਮੇਰੇ ਸ਼ੇਰ। 14.896 ਮੈਗਾ ਇਲੈਕਟ੍ਰੋਨ ਵੋਲਟ। 14.896 ਮੈਗਾ ਇਲੈਕਟ੍ਰੋਨ ਵੋਲਟ ਇਜ਼ ਦਾ ਆਨਸਰ। ਬਿਲਕੁਲ ਕਰੈਕਟ ਆ, ਜਮਾ ਸਹੀ ਆ। ਕੰਮ ਦੀ ਗੱਲ ਸੁਣੋ, ਉਹ ਮਹਾਰਾਜ ਕੰਮ ਦੀ ਗੱਲ ਸੁਣੋ। ਦੇਖੋ ਇਸ ਰਿਐਕਸ਼ਨ ਚੋਂ ਕਿੰਨੇ ਪਾਰਟੀਕਲ ਲਿਬਰੇਟ ਹੋਏ ਆ, ਧਿਆਨ ਨਾਲ ਦੇਖੋ। ਇਸ ਰਿਐਕਸ਼ਨ ਚੋਂ ਇੱਕ ਪਾਰਟੀਕਲ ਆ ਬਣਿਆ, ਇੱਕ ਆ ਬਣਿਆ, ਤੇ ਆ ਕੀ ਨਾਲ એનર્ਜੀ। ਇਹ એનર્ਜੀ ਕਿਹਨੂੰ ਮਿਲੂਗੀ? ਹਾਂ ਬਈ, ਇਹ એનર્ਜੀ ਸਾਈਡ ਤੇ ਭੱਜ ਜੂਗੀ ਕਿ ਇਹਨਾਂ ਨੂੰ ਮਿਲੂਗੀ? ਇਹਨਾਂ ਨੂੰ ਮਿਲੂਗੀ, ਕਿਉਂਕਿ ਰਿਐਕਸ਼ਨ ਚ ਤੇ ਇਹੀ ਹੈ ਨਾ। ਗੱਲ ਸਮਝ ਆ ਰਹੀ ਕਿ ਨਹੀਂ ਆ ਰਹੀ? ਜੇ ਰਿਐਕਸ਼ਨ ਚਾਹੀਏ ਤੇ ਇਹ એનર્ਜੀ ਇਹਨਾਂ ਨੂੰ ਮਿਲੂਗੀ। ਓਕੇ, ਇਹਨਾਂ ਦੋਨਾਂ ਨੂੰ ਜਦੋਂ ਇਹ ਲਿਬਰੇਟ ਹੋਏ ਇਨੀਸ਼ੀਅਲੀ ਇਹਨਾਂ ਦੀ એનર્ਜੀ ਕਿੰਨੀ ਆ? ਇੰਨੀ। ਹੁਣ ਸਵਾਲ ਪੇਪਰ 'ਚ ਪਤਾ ਇਹ ਨਹੀਂ ਆਇਆ ਵੀ Q ਵੈਲਿਊ ਪਤਾ ਕਰੋ। ਪੇਪਰ 'ਚ ਕੁਐਸਚਨ ਇਹ ਆਇਆ, ਧਿਆਨ ਨਾਲ ਸੁਣੋ। ਪੇਪਰ 'ਚ ਕੁਐਸਚਨ ਇਹ ਆਇਆ ਹੋਇਆ ਕਿ ਇੱਕ ਪਾਰਟੀਕਲ ਨੂੰ, ਇੱਕ ਅਲਫਾ ਪਾਰਟੀਕਲ ਨੂੰ ਕਿੰਨੀ એનર્ਜੀ ਮਿਲੂਗੀ, ਤੇ ਜੇ ਦੋਵਾਂ ਨੂੰ ਇੰਨੀ ਮਿਲੂਗੀ ਤੇ ਇੱਕ ਨੂੰ ਕਿੰਨੀ ਮਿਲੀ? ਸਰ ਡਿਵਾਈਡ ਕਰ ਦਾਂਗੇ ਦੋਨੋਂ। ਡਿਵਾਈਡ ਬਾਈ 2, ਅੱਧੀ ਕਰ ਦਿਓ। ਦੋਨਾਂ ਨੂੰ ਅੱਧੀ ਅੱਧੀ ਵੰਡੀ ਗਈ ਨਾ, ਤਾਂ ਲਿਖ ਦਿਓ ਇਹ ਗੱਲ ਨਵੀਂ ਲਾਈਨ ਤੋਂ। ਲਿਖ ਦਿਓ એનર્ਜੀ of each alpha particle initially, energy of each alpha particle initially, ਹਰੇਕ alpha particle ਦੀ initial energy ਕਿੰਨੀ ਹੈ? energy of each alpha particle initially, ਤਾਂ ਤੁਸੀਂ ਕਿੰਨੀ ਲਿਖੋਗੇ? that is equal to 14.896 divide by 2। ਕਿੰਨੀ ਆ ਗਈ? ਗਲਤੀ ਤੁਹਾਡੀ ਹੋਊਗੀ। 7.448 ਮੈਗਾ ਇਲੈਕਟ੍ਰੋਨ ਵੋਲਟ ਇੱਕ। ਠੀਕ ਆ, ਇੱਕ ਦੀ એનર્ਜੀ ਇੰਨੀ ਆ। ਸਟੋਰੀ ਸਮਝ ਆ ਗਈ ਕਿ ਨਹੀਂ ਆਈ? ਓਕੇ, ਕਿਸੇ ਨੂੰ ਕੋਈ ਸ਼ੱਕ? ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਬੇਟਾ। ਅੱਜ ਇਹਨਾਂ ਬਹੁਤ ਆ।
ਓਕੇ